चल रही गुरबाणी शब्द की जो विचार है, जो गुरकिरपा द्वारा आपां सारे रल मिल के करते हाँ, जिन्नी क सोझी गुरबाणी बख्शदी है उन्नी क विचार की जाती है। अज का जो साहिब का फरमान है, जिसकी विचार आपां सारे रल मिल के करांगे। पातशाह कहते अमुल आवे अमुल लै जाहे, अमुल पाए अमुला समाहे। कल आपां ने विचार की सी अमुल गुण अमुल व्यापार, अमुल व्यापारीए अमुल भंडार। पातशाह कहते अमुल तो आउंदा है जो नाम है, जिहड़ा खजाना है भंडार है वो भी अमुल ही है। सदा रहन वाला सतनाम जो दरगाह तो आ रहा है ते उत्थे ही लै जांदा है। सुख सागर नूं भव सागर नाल नहीं खरीदिया जा सकता। बीमारी बेच के तंदुरुस्ती नहीं मिलती। सो जिथों नाम आउंदा है वो भी थां अमुल है। भाव के जिहड़े शुद्ध स्वरूप हैं, एक अंकार हैं, उन्हां दी जिहड़ी स्वै इच्छा है वो हुक्म है। हुक्म का कोई भी मुल नहीं पा सकता। ते जिथों हुक्म प्रगट होंदा है उसका भी कोई मुल नहीं पा सकता। सो जिन्ना चिर सृष्टि है उन्ना चिर हुक्म है, अमुल है। जदों सृष्टि नहीं, हुक्म भी नहीं ते हाकम है, वो भी अमुल है। सो मुल आवे आ रहा है लगातार, अमुल लै जाए। जे उस लगातार वहिंदे हुक्म दे बहन दे अंदर हे मेरे मना तू चलन लग जमें, तू बहन लग मवें, तां तू उस अवस्था दे उपर पहुंच सकता है। जिस वस्तु की भुख ही दुखां नूं खा जावे वो अमुल है। हुण जिसनूं ऐसी भुख लगी हुई रहिंदी है तो वो वस्तु नूं प्राप्त भी कर लैंदा है। जे साडे मन दे अंदर ये इच्छा होवे, दृढ़ता होवे, विश्वास होवे, भरोसा होवे कि असीं उहदी रजा दे अंदर रहना है, उहदे भाणे दे अंदर रहना है, तो वो सानूं अपनी रजा विच रखदा भी है। वो अपने भाणे विच सानूं रखदा भी है, सुख भी बख्शदा है। सो जदों मन ते बुद्धि उस हुक्म दे विरोध च खड़ जांदे है, फिर ये मंगदा नहीं, सगों ये उस नाम का विरोधी हो जाता है। सच इसनूं कौड़ा लगता है, नाम की गल इसनूं चंगी नहीं लगती। कौन चाहता है कि मैं सदा सच बोला, क्योंकि पता है कि संसार के अंदर सच कहण दे नाल तां फिर दुश्मनी पै जाती है। सो मन मुक्ता सब ना बना के रखनी चाहता है। सो गुरमुख सारे संसार ना तोड़नी चाहता है। फर्क है ना। तां ही पातशाह ने गल आखी सी भी आखण औखा
ਸਾਚਾ ਨਾਮ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਐਵੇਂ ਨਹੀਂ ਪਾਤਸ਼ਾਹ ਨੇ ਵਚਨ ਲਿਖੇ, ਇਹਨਾਂ ਦੇ ਪਿੱਛੇ ਕੋਈ ਗੱਲ ਹੈ। ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋਰੀ। ਇਹ ਤੋੜਨੀ ਪੈਂਦੀ ਹੈ, ਪਰ ਹੈ ਔਖੀ ਗੱਲ। ਪਰ ਜਿੰਨਾ ਚਿਰ ਟੁੱਟਦੀ ਨਹੀਂ, ਜੀਵਨ ਸਫਲ ਨਹੀਂ। ਅਮੁੱਲ ਆਵ ਹੈ, ਅਮੁੱਲ ਲੈ ਜਾਏ। ਅਮੁੱਲ ਭਾਏ, ਅਮੁੱਲਾ ਸਮਾਏ। ਹੁਣ ਭਾਏ ਹੁੰਦੀ ਹੈ ਭੁੱਖ, ਭੁੱਖ ਵੀ ਅਮੁੱਲ ਹੈ। ਭਾਵਨਾ ਹੈ ਨਾਮ ਮਿਲ ਜਾਣ ਦੀ, ਜਿਸ ਜਨ ਤੇਰੀ ਭੂਖ ਹੈ ਤਿਸ ਦੁੱਖ ਨਾ ਵਿਆਪੈ। ਸੋ ਸਾਰਾ ਸੰਸਾਰ ਦੁਖੀ ਹੈ, ਕੋਈ ਐਸੀ ਚੀਜ਼ ਨਹੀਂ ਜੋ ਦੁੱਖ ਦੂਰ ਕਰੇ। ਸਦਾ ਵਾਸਤੇ ਸੰਸਾਰੀ ਦੁੱਖ ਚਿੰਤਾ ਹੈ, ਹੋਰ ਕੁਝ ਵੀ ਨਹੀਂ ਹੈ। ਬਸ ਇੱਕ ਸੱਚ ਨਾਮ ਹੀ ਹੈ ਜਿਹੜਾ ਚਿੰਤਾ ਮੁਕਤ ਕਰ ਸਕਦਾ ਹੈ। ਭੁੱਖ ਉਦੋਂ ਪੈਦਾ ਹੁੰਦੀ ਹੈ ਨਾਮ ਦੀ ਮਨ ਦੇ ਅੰਦਰ, ਜਦੋਂ ਇਸ ਨੂੰ ਗੁਰਬਾਣੀ ਆਪਣੇ ਅਸਲੀ ਸਰੂਪ ਨੂੰ ਸਮਝ ਲਈ ਆਖਦੀ ਹੈ। ਫਿਰ ਇਹ ਵਿਚਾਰਨ ਵੀ ਲੱਗਦਾ, ਨਹੀਂ ਤਾਂ ਉਹੀ ਸੰਸਾਰੀ ਰੀਤਾਂ ਵਿੱਚ ਹੀ ਲੱਗਿਆ ਰਹਿੰਦਾ ਹੈ। ਉਹੀ ਸੰਸਾਰੀ ਅਰਦਾਸਾਂ, ਬੇਨਤੀਆਂ, ਮਾਇਆ ਦੀਆਂ ਲੋੜਾਂ ਪੂਰੀਆਂ ਕਰਨ ਲਈ। ਇਸੇ ਨੂੰ ਗੁਰਬਾਣੀ ਦੁਰਮਤ ਆਖਦੀ ਹੈ। ਸੋ ਦੁਰਮਤ ਛੱਡੇ ਤਾਂ ਗੁਰਮਤ ਮਿਲਦੀ ਹੈ। ਸੋ ਦੋਵੇਂ ਇਕੱਠੀਆਂ ਨਹੀਂ ਹਨ। ਜਿਵੇਂ ਪਾਤਸ਼ਾਹ ਕਹਿੰਦੇ ਆ ਗੁਰਬਾਣੀ ਦੇ ਅੰਦਰ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕੱਠਾਏ। ਮਾਇਆ ਦੁਰਮਤ ਹੈ, ਵਿਖਿਆ ਹੈ, ਸੱਪਣੀ ਹੈ। ਆਦਿ ਇਸ ਤੋਂ ਬਚਣ ਦੇ ਲਈ ਨਾਮ ਦੀ ਭੁੱਖ ਪੈਦਾ ਕਰਨੀ ਪੈਂਦੀ ਹੈ। ਇਹ ਮੇਰੇ ਮਨਾ, ਇਹ ਤੂੰ ਹੁਣ ਆਪਣੇ ਅੰਦਰ ਝਾਤੀ ਮਾਰ। ਗੁਰਬਾਣੀ ਭੁੱਖ ਨਾਮ ਦੀ ਵਾਲਿਆਂ ਬਾਰੇ ਕੀ ਕਹਿੰਦੀ ਹੈ? ਜਿਨ੍ਹਾਂ ਦੇ ਅੰਦਰ ਨਾਮ ਦੀ ਭੁੱਖ ਹੈ, ਉਹਨਾਂ ਲਈ ਗੁਰਬਾਣੀ 'ਚ ਕੀ ਫੁਰਮਾਨ ਹੈ? ਕਿਉਂਕਿ ਜਿਨ੍ਹਾਂ ਨੇ ਗੁਰਬਾਣੀ ਲਿਖੀ ਹੈ, ਉਹਨਾਂ ਦੇ ਅੰਦਰ ਤਾਂ ਨਾਮ ਦੀ ਭੁੱਖ ਬਰਕਰਾਰ ਸੀ। ਤੇਰੇ ਨਾਮੀ ਨਿਵੇ ਰਹੇ ਲਿਵ ਲਾਏ, ਨਾਨਕ ਤਿਨ ਦਰ ਭਿਖਿਆ ਪਾਏ। ਤਿਨ ਕੀ ਧੂਰ ਨਾਨਕ ਦਾਸ ਵਾਛੈ, ਜਿਨ ਹਰ ਨਾਮ ਹਿਰਦੈ ਪੁਰੋਏ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੁਖ। ਇਹ ਭੁੱਖ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਬ੍ਰਹਮ ਗਿਆਨੀ ਕੈ ਭੋਜਨ ਗਿਆਨ ਤ੍ਰਿਪਤੀ ਹੈ। ਪਾਤਸ਼ਾਹ ਨੇ ਆਪਣੇ ਅੰਦਰ ਉਹ ਅਤੀ ਨਿਮਰਤਾ ਵੀ ਦਿਖਾਈ ਹੈ ਕਿ ਧਨ ਹਨ ਜਿਨ੍ਹਾਂ ਦੇ ਅੰਦਰ ਨਾਮ ਦੀ ਭੁੱਖ ਹੈ, ਤੇ ਧਨ ਹਨ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋ ਗਿਆ। ਚੰਗੇ ਬੰਦੇ ਦੇ ਨਾਲ ਚੰਗੇ ਬੰਦੇ ਖੜ ਜਾਂਦੇ, ਮਾੜੇ ਬੰਦੇ ਦੇ ਨਾਲ ਮਾੜੇ ਬੰਦੇ ਖੜ ਜਾਂਦੇ। ਜੇ ਅੱਜ ਇਸ ਭਵ ਸਾਗਰ ਦੇ ਅੰਦਰੋਂ ਜੇ ਕੋਈ ਆਤਮਾ ਨਾਮ ਦੀ ਭੁੱਖ ਪੈਦਾ ਕਰਦੀ ਹੈ, ਤਾਂ ਉਹਨਾਂ ਦੇ ਨਾਲ ਉਹ ਆਤਮਾਵਾਂ ਵੀ ਖੜ ਜਾਂਦੀਆਂ ਨੇ ਜਿਨ੍ਹਾਂ ਦੇ ਕੋਲ ਨਾਮ ਦੀ ਭੁੱਖ ਸੀ, ਤੇ ਜਾਂ ਜਿਨ੍ਹਾਂ ਦੇ ਕੋਲ ਨਾਮ ਹੈ। ਸਾਰਾ ਸੱਚਖੰਡ ਉਹਦੀ ਮਦਦ ਕਰਦਾ। ਜਾਮ ਗੁਰੂ ਹੋਏ ਵੱਲ, ਲਖ ਵਾਹੇ ਕਿਆ ਕੀਚ। ਗੁਰੂ ਹੈ ਪਰਮੇਸ਼ਰ, ਵਾ ਹੁਕਮ ਉਸ ਦੇ ਵੱਲ ਹੋ ਜਾਂਦਾ ਹੈ। ਅਮੁੱਲਾ ਸਮਾਏ, ਜਿਸ ਨੂੰ ਭੁੱਖ ਜਾਗੀ ਉਹੀ ਸਮਾ ਸਕਦਾ ਹੈ। ਨਾਮ ਉਹਦੇ ਹਿਰਦੇ ਵਿੱਚ ਹੀ ਵਸਦਾ ਹੈ, ਸੋ ਉਹੀ ਆਤਮਾ ਨਾਮੀ ਦੇ ਵਿੱਚ ਸਮਾ ਜਾਂਦੀ ਹੈ। ਮੁੱਖ ਫਿਰ ਗਿਆ, ਦਾਵਾ ਨਹੀਂ ਰਿਹਾ, ਮਾਇਆ 'ਚ ਕੋਈ ਭੁੱਖ ਨਹੀਂ।
ਮਨ ਵਾਲਾ ਪਾਸਾ ਹੀ ਛੱਡ ਦਿੱਤਾ, ਅਪਵਿੱਤਰ ਤੋਂ ਪਵਿੱਤਰ ਹੋ ਗਿਆ। ਸੋ ਨਾਮ ਤਾਂ ਪਹਿਲਾਂ ਹੀ ਹਿਰਦੇ ਦੇ ਅੰਦਰ ਪਿਆ, ਬਸ ਵਿਚਾਲੇ ਜੋ ਭਰਮ ਦਾ ਪਰਦਾ ਸੀ ਉਹ ਚੁੱਕਿਆ ਗਿਆ। ਇਹ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ। ਜਦੋਂ ਮਨ ਮਾਇਆ ਨਾਲ ਮੋਹਿਆ ਜਾਂਦਾ, ਇਹਨੂੰ ਵਿਖਦਾ ਹੀ ਨਹੀਂ ਹੈਗਾ ਨਾਮ। ਇਹ ਨਾਮ ਦੀ ਕੋਈ ਗੱਲ ਸੁਣਦਾ ਹੀ ਨਹੀਂ। ਸੋ ਜਦੋਂ ਮਾਇਆ ਤੋਂ ਨਾਤਾ ਟੁੱਟ ਗਿਆ ਤੇ ਫਿਰ ਸੋਝੀ ਵੀ ਆ ਗਈ, ਦਰਸ਼ਨ ਵੀ ਹੋ ਗਿਆ। ਸੋ ਧੁਰ ਕੀ ਬਾਣੀ ਸੁਣ ਵੀ ਗਈ। ਆਇਓ ਸੁਣਨ ਪੜਨ ਕੋ ਬਾਣੀ। ਜੋ ਕੁਛ ਕਰਨ ਆਇਆ ਸੀ ਹੋ ਗਿਆ। ਅਮੁੱਲ ਵਪਾਰੀ ਹੈ। ਸੋ ਮਿਲ ਗਿਆ ਨਾਮ, ਫਿਰ ਵੰਡਦਾ ਵੀ ਹੈ। ਗੁਰਬਾਣੀ ਉਪਦੇਸ਼ ਸੁਣ ਕੇ ਫਿਰ ਉਸ ਨੂੰ ਮੰਨਣਾ ਵੀ ਬਹੁਤ ਜ਼ਰੂਰੀ ਹੈ। ਆਪਣੇ ਮੂਲ ਨੂੰ ਜਾਣਦਾ ਵੀ ਹੈ, ਪਛਾਣਦਾ ਵੀ ਹੈ। ਫਿਰ ਇਸ ਦਾ ਮੂਲ ਆਪਣੇ ਮੂਲ ਬਾ ਸ਼ਬਦ ਗੁਰੂ ਦੇ ਵਿੱਚ ਸਮਾ ਜਾਂਦਾ ਹੈ। ਤਾਂ ਹੀ ਲਿਖਿਆ ਪਾਤਸ਼ਾਹ ਨੇ, ਜਬ ਜਾਣਿਆ ਤਉ ਮਨ ਮਾਨਿਆ। ਭਾਵ ਮੰਨ ਕੇ ਆਪਣਾ ਮੂਲ ਪਛਾਣਿਆ ਤਾਂ ਹੀ ਮਨ ਮਾਨਿਆ। ਫਿਰ ਇੱਕ ਹੋ ਕੇ ਮੰਨ ਲਿਆ ਕਿ ਵਾਕਿਆ ਹੀ ਸਭ ਕੁਝ ਹੁਕਮ ਵਿੱਚ ਹੋ ਰਿਹਾ। ਉਹਨਾਂ ਚਿਰ ਨਹੀਂ ਪਤਾ ਲੱਗਿਆ। ਜਦੋਂ ਇੱਕ ਸਵੈਮ ਜੋਤ ਹੁੰਦੀ ਹੈ ਉਦੋਂ ਹੀ ਪਤਾ ਲੱਗਦਾ ਹੈ। ਕਿਉਂਕਿ ਜਦੋਂ ਖੁਦ ਆਪ ਸਮਾਵੇਗਾ ਫੇਰ ਹੀ ਪਤਾ ਲੱਗੇਗਾ ਨਾ ਅਸਲੀਅਤ ਕੀ ਹੈ। ਸੋ ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਇਹ ਮਨੁੱਖਾ ਤਨ ਦੇ ਅੰਦਰ ਸਮਾਂ ਹੈ ਸਮਾਉਣ ਦਾ। ਜਿੰਨਾ ਚਿਰ ਮਨੁੱਖ ਤਨ ਦੇ ਅੰਦਰ ਆਤਮਾ ਹੈ ਅਮੁੱਲਾ। ਪਰ ਸਮਾਇਆ ਕਿਵੇਂ ਜਾਊਗਾ? ਪਹਿਲਾਂ ਭੁੱਖ ਪੈਦਾ ਕਰਨੀ ਪਵੇਗੀ। ਸੰਸਾਰੀ ਤੌਰ ਤੇ ਵੀ ਜੇ ਸਰੀਰ ਨੂੰ ਭੁੱਖ ਲੱਗਦੀ ਹੈ ਤਾਂ ਵਸਤੂ ਦੀ ਲੋੜ ਹੈ। ਵਸਤੂ ਖਾਧੀ ਜਾਂ ਪੀਤੀ ਤਾਂ ਤ੍ਰਿਪਤੀ ਹੈ। ਇਸੇ ਤਰ੍ਹਾਂ ਹੀ ਜਦੋਂ ਨਾਮ ਦੀ ਭੁੱਖ ਹੈ ਅੰਦਰ ਤੇ ਫਿਰ ਵਸਤੂ ਪ੍ਰਾਪਤ ਹੋ ਜਾਂਦੀ ਹੈ। ਉਸ ਵਸਤੂ ਨੂੰ ਜਦੋਂ ਖਾਧਾ ਪੀਤਾ ਜਾਂਦਾ, ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ, ਉਹ ਸੱਚ ਖਾਧਾ ਜਾਂਦਾ, ਉਹਦੇ ਨਾਲ ਤ੍ਰਿਪਤ ਹੁੰਦੀ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ। ਸੋ ਗੁਰਮੁਖਾਂ ਦਾ ਭੋਜਨ ਹੈ, ਗੁਰਮੁਖੋ ਖਾਂਦਾ। ਸਰੀਰਕ ਭੋਜਨ ਹੈ ਜੋ ਸੰਸਾਰ ਦੇ ਵਿੱਚ ਹੈ, ਜੋ ਮਿਲਦਾ ਹੈ ਉਹ ਛਕ ਲੈਂਦਾ। ਉਹਨੂੰ ਅਸਲੀ ਭੋਜਨ ਦੀ ਜ਼ਿਆਦਾ ਲੋੜ ਹੈ। ਜਿਵੇਂ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਵੀ ਭੋਜਨ ਦੀ ਲੋੜ ਹੈ, ਇਸੇ ਤਰ੍ਹਾਂ ਹੀ ਮਨ ਨੂੰ ਤਾਕਤਵਰ ਰੱਖਣ ਦੀ ਲੋੜ, ਤਾਕਤਵਰ ਬਣਾਉਣ ਦੀ ਲੋੜ ਭੋਜਨ ਦੀ ਹੈ। ਉਹ ਭੋਜਨ ਹੈ ਸੱਚ, ਉਹ ਹੈ ਨਾਮ। ਉਹਦੀ ਜ਼ਰੂਰਤ ਹੈ। ਅਮੁੱਲ ਭਾਏ ਅਮੁੱਲਾ ਸਮਾਏ, ਫਿਰ ਉਹਦੇ ਵਿੱਚ ਸਮਾ ਜਾਂਦਾ ਹੈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ, ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ। ਇਹ ਗੱਲਾਂ ਪਾਤਸ਼ਾਹ ਨੇ ਤਾਂ ਅਮੁੱਲ ਆਖੀਆਂ ਨੇ ਕਿ ਅਮੁੱਲ ਆਵੈ ਅਮੁੱਲ ਲੈ। ਕਿਉਂ ਇਸ ਸੰਸਾਰ ਦੇ ਅੰਦਰ ਮਾਇਆ ਧਾਰੀ ਨੇ ਜਿਹੜੇ, ਉਹ ਵੀ ਮੁੱਲ ਪਾਉਂਦੇ ਆ ਕਿਸੇ ਦਾ, ਪਰ ਉਹਨੂੰ ਨਾਲ ਨਹੀਂ ਲਿਜਾਂਦੇ। ਜੇ ਅਸੀਂ ਕੋਈ ਨੌਕਰ ਵੀ ਰੱਖਿਆ, ਉਹਦਾ ਮੁੱਲ ਪਾਇਆ ਵੀ ਤੈਨੂੰ ਇੰਨੇ ਪੈਸੇ ਦੇਵਾਂਗੇ, ਪਰ ਉਹਨੂੰ ਅਸੀਂ ਆਪਣੇ ਨਾਲ ਨਹੀਂ ਲਿਜਾਂਦੇ ਫਿਰਦੇ। ਉਹਨੂੰ ਅਸੀਂ ਆਪਣੇ ਬੈਡਰੂਮ ਦੇ ਵਿੱਚ ਨਹੀਂ ਪਾਉਂਦੇ, ਉਹਨੂੰ ਅਸੀਂ ਨੌਕਰਾਂ ਵਾਂਗੂ ਹੀ ਰੱਖਦੇ। ਪਰ ਇੱਧਰਲੇ ਪਾਸੇ ਪਰਮੇਸ਼ਰ ਐਸੀ ਚੀਜ਼ ਹੈ, ਹੁਕਮ ਐਸੀ ਚੀਜ਼ ਹੈ, ਜਿਹੜਾ ਉਹਦੇ ਨਾਲ ਜੁੜ ਜਾਂਦਾ, ਉਹਨੂੰ ਉੱਥੇ ਲੈ ਜਾਂਦਾ ਜਿੱਥੇ ਉਹ ਆਪ ਹੈ। ਉਹਨੂੰ ਆਪਣੇ ਕੋਲ ਪਾਉਂਦਾ, ਆਪਣੇ ਕਮਰੇ ਦੇ ਵਿੱਚ ਬਿਠਾਉਂਦਾ। ਜੋ ਉਹ ਆਪ ਖਾਂਦਾ ਉਹੀ ਉਹਨੂੰ ਦਿੰਦਾ, ਜੋ ਆਪ ਪਹਿਰਦਾ ਉਹੀ ਉਹਨੂੰ ਪਹਿਰਨ ਵਾਸਤੇ ਦਿੰਦਾ। ਉਹਨੂੰ ਭਾਈ ਸਮਝਦਾ ਵੀ ਆਪਾਂ ਸਾਰੇ ਇੱਕ ਮੈਂਬਰ। ਸੋ ਸਿੱਖ ਸਖਾ ਬੰਧ ਪਹਿ ਭਾਈ,
ਵੀ ਤੂੰ ਮੇਰਾ ਸਖਾ ਵੀ ਹੈ, ਬੰਧਪ ਵੀ ਹੈ, ਭਾਈ ਵੀ ਹੈ, ਸਾਰੇ ਰਿਸ਼ਤੇ ਮੇਰੇ ਤੇਰੇ ਨਾਲ ਹੀ ਨੇ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਸੰਸਾਰ 'ਚ ਐਸੇ ਰਿਸ਼ਤੇ ਨਹੀਂ ਹੈ। ਸੰਸਾਰ ਦੇ ਰਿਸ਼ਤੇ ਵੀ ਵੱਖੋ ਵੱਖਰੇ ਹੈ ਤੇ ਵਿਅਕਤੀ ਵੀ ਵੱਖੋ ਵੱਖਰੇ ਹੈ। ਨਿਰਾਕਾਰ ਦਾ ਰਿਸ਼ਤਾ ਵੀ ਇੱਕੋ ਹੀ ਹੈ ਤੇ ਨਿਰਾਕਾਰ ਵੀ ਇੱਕੋ ਹੀ ਹੈ। ਔਰ ਉਸ ਰਿਸ਼ਤੇ ਦੇ ਅੰਦਰ ਇੰਨਾ ਆਨੰਦ, ਇੰਨਾ ਸਕੂਨ, ਇੰਨੀ ਸ਼ਾਂਤੀ, ਇੰਨਾ ਸੁੱਖ ਸੰਸਾਰ 'ਚ ਕਿਸੇ ਰਿਸ਼ਤੇ ਵਿੱਚ ਨਹੀਂ ਹੈ। ਸੰਸਾਰ 'ਚ ਅਸੀਂ ਕੋਈ ਵੀ ਰਿਸ਼ਤਾ ਬਣਾ ਲਈਏ ਇੱਥੇ, ਉਹਦੇ ਵਿੱਚ ਦੁੱਖ ਹੀ ਦੁੱਖ ਹੈ, ਕਿਉਂਕਿ ਸੰਸਾਰ ਦੇ ਅੰਦਰ ਸਰੀਰ ਨਾਲ ਰਿਸ਼ਤੇ ਪੈਦਾ ਹੁੰਦੇ। ਸੰਸਾਰ ਦੇ ਵਿੱਚ ਜਿਹੜਾ ਅਸੀਂ ਆਪਣਾ ਕੋਈ ਬਾਹਰੀ ਤੌਰ ਤੇ ਗੁਰ ਵੀ ਬਣਾਉਂਦੇ ਆ ਨਾ, ਜਿਹੜਾ ਵਿਅਕਤੀ ਸਾਨੂੰ ਸੱਚ ਦੀ ਸੋਝੀ ਦਿੰਦਾ ਹੈ, ਅਸੀਂ ਉਹਦੇ ਸਰੀਰ ਨਾਲ ਜੁੜ ਜਾਂਦੇ ਹਾਂ। ਜਦੋਂ ਉਹ ਸਰੀਰ ਛੱਡਦਾ ਫਿਰ ਸਾਨੂੰ ਬਹੁਤ ਤਕਲੀਫ ਹੁੰਦੀ ਹੈ, ਕਿਉਂਕਿ ਅਸੀਂ ਸਰੀਰ ਨਾਲ ਜੁੜਦੇ ਹਾਂ। ਤੇ ਜਿਹੜੇ ਗੁਰਮੁਖ ਨੇ ਉਹ ਜੋਤ ਨਾਲ ਜੁੜਦੇ ਆ, ਤੇ ਜਦੋਂ ਜੋਤ ਨਾਲ ਜੁੜਦਾ ਤੇ ਜੋਤ ਫਿਰ ਕਿਤੇ ਜਾਂਦੀ ਨਹੀਂ ਹੈ, ਤਾਂ ਫਿਰ ਕੋਈ ਦੁੱਖ ਹੀ ਨਹੀਂ ਹੈ, ਫਿਰ ਤਾਂ ਸੁੱਖ ਹੀ ਸੁੱਖ ਹੈ ਰੇ ਭਾਈ। ਉਹ ਮੰਨਦਾ ਹੀ ਨਹੀਂ ਕਦੇ ਵੀ ਪਰੇ ਚਲੇ ਗਿਆ। ਉਹ ਤਾਂ ਜਿਸ ਤਰ੍ਹਾਂ ਪਹਿਲਾਂ ਜੋਤ ਸਰੀਰ 'ਚ ਰਹਿੰਦੀ ਸੀ ਉਸੇ ਤਰ੍ਹਾਂ ਹੀ ਫੇਰ ਨਾਲ ਹੀ ਰੱਖਦਾ। ਉਹ ਕਹਿੰਦਾ ਮੇਰੇ ਤਾਂ ਜੋਤ ਨਾਲ ਸੰਬੰਧ ਆ, ਨਾ ਕਿ ਜਾਤ ਨਾਲ। ਜਾਤ ਤਾਂ ਅੱਜ ਵੀ ਮੇਰੇ ਕੋਲ ਆ, ਇਹਨੇ ਵੀ ਚਲੇ ਜਾਣਾ। ਸੋ ਜੇ ਮੈਂ ਉਹਦੀ ਜਾਤ ਨਾਲ ਹੀ ਜੁੜ ਗਿਆ, ਜੋਤ ਨੂੰ ਛੱਡ ਦਿੱਤਾ, ਤੇ ਫਿਰ ਜਾਤ ਤਾਂ ਇੱਕ ਦਿਨ ਮੇਰੀ ਵੀ ਜਾਵੇਗੀ, ਫਿਰ ਮੈਂ ਅਧੂਰਾ ਰਹਿ ਜਾਵਾਂਗਾ, ਪੂਰਾ ਨਹੀਂ ਹੋਵਾਂਗਾ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਮੈਂ ਸੰਪੂਰਨ ਹੋਣਾ, ਮੈਂ ਅਧੂਰਾ ਨਹੀਂ ਜਾਣਾ। ਸੋ ਸੰਸਾਰ ਦੇ ਅੰਦਰ ਜਿੰਨੇ ਵੀ ਹੈ ਨੇ, ਉਹ ਵੀ ਕਹਿੰਦੇ ਆ ਵੀ ਸਾਡੇ ਕੋਲੋਂ ਮੁੱਲ ਆ, ਵੀ ਜੋ ਕੁਛ ਮਰਜ਼ੀ ਲੈ ਜਾਓ ਚੱਕ ਕੇ। ਬੜੇ ਬੜੇ ਰਾਜੇ ਹੋਏ ਨੇ ਜਿਨ੍ਹਾਂ ਦੇ ਭੰਡਾਰੇ ਖੁੱਲੇ ਸੀ ਵੀ ਜਦੋਂ ਮਰਜ਼ੀ ਵਰਤ ਲਓ, ਪਰ ਫਿਰ ਵੀ ਉਹ ਆਪਣੇ ਆਪ ਨੂੰ ਰਾਜਾ ਕਹਾਉਂਦਾ ਸੀ, ਉਹਨਾਂ ਨੂੰ ਪਰਜਾ ਕਹਿੰਦਾ ਸੀ। ਕਿਸੇ ਰਾਜੇ ਨੇ ਨਹੀਂ ਆਖਿਆ ਵੀ ਮੈਂ ਵੀ ਪਰਜਾ ਹੀ ਹਾਂ, ਰਾਜਾ ਪਰਮੇਸ਼ਰ ਹੈ। ਬੜੀ ਵੱਡੀ ਗੱਲ ਹੈ। ਇਸੇ ਕਰਕੇ ਜਿੰਨੇ ਵੀ ਪੁਰਖਾਂ ਨੇ ਗੁਰਬਾਣੀ ਲਿਖੀ ਹੈ ਜਾਂ ਗੁਰਬਾਣੀ ਅਨੁਸਾਰ ਚੱਲੇ ਨੇ, ਉਹਨਾਂ ਨੇ ਦਾਸ ਤੋਂ ਉੱਪਰ ਕਦੇ ਕੁਛ ਨਹੀਂ ਕਹਾਇਆ। ਉਹ ਕਹਿੰਦੇ ਸੀ ਸੇਵਕ। ਔਰ ਕੱਲਾ ਕਹਾਇਆ ਹੀ ਨਹੀਂ, ਉਹ ਬਣ ਕੇ ਵੀ ਸੇਵਕ ਹੀ ਰਹੇ, ਵੱਖਰੇ ਨਹੀਂ ਹੋਏ, ਕਿਸੇ ਦੇ ਔਗਣ ਨਹੀਂ ਸੀ ਵੇਖਦੇ। ਪਤਾ ਹੁੰਦਾ ਸੀ ਵੀ ਇਹਦੇ ਵਿੱਚ ਇੰਨੇ ਔਗਣ ਹੈ, ਸਗੋਂ ਉਹਨਾਂ ਔਗਣਾਂ ਨੂੰ ਦੂਰ ਕਰਨ ਵਾਸਤੇ ਉਹਨਾਂ ਨੂੰ ਸਿੱਖਿਆ ਦਿੰਦੇ ਸੀ। ਉਹਨਾਂ ਦਾ ਜੀਵਨ ਬਣਾਉਣ ਵਾਸਤੇ, ਉਹਨਾਂ ਦੇ ਅੰਦਰੋਂ ਦੁਵਿਧਾ, ਦਵੈਸ਼, ਈਰਖਾ ਕੱਢਣ ਵਾਸਤੇ ਸੱਚ ਦੱਸਦੇ ਸੀ ਵੀ ਜੀਵਨ ਬਹੁਤ ਥੋੜ੍ਹਾ ਹੈ ਤੁਹਾਡੇ ਕੋਲ, ਜਿਹੜਾ ਸਰੀਰਕ ਹੈ। ਅਸਲੀ ਜੀਵਨ ਸ਼ੁਰੂ ਹੋਣਾ ਜਦੋਂ ਤੁਹਾਡੇ ਕੋਲ ਸੱਚ ਆ ਗਿਆ। ਅਮੁੱਲ ਭਾਏ, ਬੜੀ ਤਰ੍ਹਾਂ ਦੀ ਭੁੱਖ ਹੈ ਸੰਸਾਰ ਦੇ ਅੰਦਰ ਵੀ। ਵਿਅਕਤੀ ਵਿਕ ਜਾਂਦਾ ਹੈ, ਵਿਅਕਤੀ ਹਾਰ ਜਾਂਦਾ ਹੈ ਅੰਦਰਲੀ ਭੁੱਖ ਦੇ ਲਈ। ਰੋਟੀਆਂ ਕਾਰਨ ਪੂਰੈ ਤਾਲ, ਆਪ ਪਛਾੜੈ ਧਰਤੀ ਨਾਲ। ਰੋਟੀ ਲਈ ਮਨੁੱਖ ਵਿਕ ਜਾਂਦਾ ਹੈ ਕਿ ਜੇ ਇਹਦੀ ਗੁਲਾਮੀ ਨਾ ਕੀਤੀ ਰੋਟੀ ਨਹੀਂ ਮਿਲਣੀ, ਜਦ ਕਿ ਇਸ ਗੱਲ ਦਾ ਭਰੋਸਾ ਨਹੀਂ ਕਿ ਰੋਟੀ ਪਰਮੇਸ਼ਰ ਨੇ ਦੇਣੀ ਹੈ, ਇਹਨੇ ਨਹੀਂ ਦੇਣੀ। ਇਹ ਤਾਂ ਆਪ ਮੁਹਤਾਜ ਹੈ ਰੋਟੀ ਦਾ, ਚਾਹੇ ਉਹ ਰਾਜਾ ਵੀ ਹੈ, ਰਾਜਾ ਵੀ ਮੁਹਤਾਜ ਹੈ। ਹਰ ਕੋਈ ਇੱਥੇ ਮੁਹਤਾਜ ਹੈ, ਗੁਲਾਮ ਹੈ, ਕੋਈ ਆਜ਼ਾਦ ਨਹੀਂ ਹੈ ਇੱਥੇ। ਆਜ਼ਾਦ ਪਰਮੇਸ਼ਰ ਹੈ, ਬਾਕੀ ਸਭ ਗੁਲਾਮ ਨੇ। ਭਗਤ ਵੀ ਗੁਲਾਮ ਰਹਿੰਦੇ ਆ ਪਰਮੇਸ਼ਰ ਦੇ, ਉਹ ਵੀ ਉਹਦੀ ਸ਼ਰਨ ਵਿੱਚ ਰਹਿੰਦੇ ਆ, ਭਾਵੇਂ ਪਰਮੇਸ਼ਰ ਉਹਨਾਂ ਨੂੰ ਸਭ ਕੁਝ ਹੱਕ ਦੇ ਦਿੰਦਾ, ਪਰ ਉਹ ਕਹਿੰਦੇ ਨਹੀਂ, ਅਸੀਂ ਤੇਰੇ ਸੇਵਕ ਹੀ ਹਾਂ। ਅਮੁੱਲਾ ਸਮਾਹਿ, ਕੋਈ ਸੰਸਾਰ ਦੀ ਐਸੀ ਭੁੱਖ ਨਹੀਂ ਹੈ, ਕੋਈ ਐਸੀ ਵਸਤੂ ਨਹੀਂ ਹੈ ਕਿ ਜਿਹੜੀ ਉਹ ਵਸਤੂ ਖਾ ਕੇ ਬੰਦਾ ਵਸਤੂ 'ਚ ਸਮਾ ਜਾਵੇ। ਜੇ ਅਸੀਂ ਰੋਟੀ ਖਾਧੀ ਤਾਂ ਰੋਟੀ 'ਚ ਸਮਾ ਨਹੀਂ ਸਕਦੇ। ਜੇ ਸਾਨੂੰ ਪੈਸੇ ਦੀ ਲੋੜ ਆ, ਅਸੀਂ ਪੈਸੇ 'ਚ ਸਮਾ ਨਹੀਂ ਸਕਦੇ। ਪਰ ਇੱਥੇ ਦਾ ਪਾਤਸ਼ਾਹ ਨੇ ਬਚਨ ਲਿਖਿਆ, ਅਮੁੱਲ ਭਾਏ ਅਮੁੱਲਾ ਸਮਾਏ, ਕਿ ਉਹ ਭੁੱਖ ਦੇ ਵਿੱਚ ਹੀ ਜੀਵ ਸਮਾ ਜਾਂਦਾ ਹੈ, ਭਾਵ ਕਿ ਨਾਮ ਦੇ ਵਿੱਚ ਹੀ ਸਮਾ ਜਾਂਦਾ। ਨਾਮ ਹੀ ਇੱਕ ਐਸੀ ਵਸਤੂ ਹੈ,
ਮਾਇਆ ਦੇ ਵਿੱਚ ਸਮਾਇਆ ਨਹੀਂ ਜਾ ਸਕਦਾ, ਨਾਮ 'ਚ ਸਮਾਇਆ ਜਾਂਦਾ ਹੈ। ਸੰਸਾਰ ਦੇ ਅੰਦਰ ਜੋ ਵੀ ਵਸਤੂਆਂ ਨੇ ਅਸੀਂ ਉਹ 'ਚ ਸਮਾ ਨਹੀਂ ਸਕਦੇ। ਅਸੀਂ ਉਹ ਤੋਂ ਵੱਖ ਰਹਾਂਗੇ, ਪਰ ਇੱਕ ਵਸਤੂ ਹੈ ਨਾਮ, ਜਿਹਦੇ ਵਿੱਚ ਹੀ ਸਮਾ ਜਾਂਦਾ ਹੈ। ਸ਼ਬਦ ਸੁਰਤ ਭਵ ਸਾਗਰ ਤਰੀਐ, ਉਸ ਸ਼ਬਦ ਦੇ ਵਿੱਚ ਸੁਰਤ ਸਮਾ ਜਾਂਦੀ ਹੈ, ਸ਼ਬਦ ਸਰੂਪ ਹੋ ਕੇ ਹੀ ਸੱਚਖੰਡ ਆਪਣੇ ਨਿੱਜ ਆਸਣ ਤੇ ਜਾ ਕੇ ਬੈਠ ਜਾਂਦੀ ਹੈ। ਸੋ ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪ੍ਰਵਾਨ। ਉਹ ਧਰਮ ਵੀ ਅਮੁੱਲ ਹੈ। ਧਰਮ ਹੁੰਦਾ ਸੱਚ, ਜਿਸ ਦਾ ਦੀਵਾਨ ਹੈ ਉਹ ਵੀ ਅਮੁੱਲ ਹੈ। ਦੀਵਾਨ ਹੁੰਦੀ ਹੈ ਬਿਰਤੀ, ਧਿਆਨ। ਗੁਰਮੁਖ ਦਾ ਧਿਆਨ ਵੀ ਅਮੁੱਲ ਹੈ, ਉਹਦਾ ਵੀ ਕੋਈ ਮੁੱਲ ਨਹੀਂ ਪਾ ਸਕਦਾ। ਕਈ ਵਾਰੀ ਗੁਰਬਾਣੀ ਦੇ ਅੰਦਰ ਧਰਮ ਧਿਆਨ ਦੀ ਥਾਂ ਤੇ ਵੀ ਆਇਆ। ਜਿਹੜਾ ਧਰਮ ਅਡੋਲ ਬਿਰਤੀ ਕਰ ਦੇਵੇ, ਜਿਹੜਾ ਧਿਆਨ ਅਡੋਲ ਕਰ ਦੇਵੇ, ਮਾਇਆ ਵਿੱਚ ਰਹਿੰਦੇ ਨੂੰ ਮਾਇਆ ਚੋਂ ਬਾਹਰ ਕੱਢ ਦੇਵੇ, ਉਹ ਅਮੁੱਲ ਹੈ। ਸੋ ਜੇ ਅੱਜ ਮਨਾ ਤੂੰ ਅੰਦਰ ਝਾਤੀ ਮਾਰੇ ਤੇ ਬਾਹਰ ਤਾਂ ਬਹੁਤ ਫਰਕ ਹੈ ਗੁਰਬਾਣੀ ਨਾਲੋਂ। ਹੁਣ ਗੁਰਬਾਣੀ ਦੇ ਅੰਦਰ ਅਮੁੱਲ ਧਰਮ ਹੈ, ਪਰ ਬਾਹਰ ਜਿਹੜਾ ਸੰਸਾਰ ਦੇ ਵਿੱਚ ਧਰਮ ਹੈ ਉਹਦਾ ਤਾਂ ਮੁੱਲ ਹੈ। ਬਾਹਰ ਜਿਹੜੀ ਬਿਰਤੀ ਹੈ ਉਹਦਾ ਤਾਂ ਮੁੱਲ ਹੈ। ਇੱਥੇ ਅਮੁੱਲ ਦੀਵਾਨ ਹੈ, ਕਿ ਉਹਦੀ ਬਿਰਤੀ ਹੈ ਜਿਹੜੀ ਅਮੁੱਲ ਹੈ, ਉਹਦਾ ਧਿਆਨ ਹੈ ਜਿਹੜਾ ਅਡੋਲ ਹੈ। ਬਾਹਰ ਦਾ ਧਿਆਨ ਭਟਕਦਾ। ਮਾਇਆ ਦੀ ਕੋਈ ਵੀ ਵਸਤੂ ਅਸੀਂ ਸੰਸਾਰ 'ਚ ਦੇਖੀਏ, ਸਾਡਾ ਧਿਆਨ ਭਟਕੂਗਾ। ਈਵਨ ਕਿ ਅਸੀਂ ਜਦੋਂ ਗੁਰਦੁਆਰੇ ਵੀ ਜਾਂਦੇ ਹਾਂ, ਸਾਡਾ ਉੱਥੇ ਵੀ ਧਿਆਨ ਨਹੀਂ ਟਿਕਦਾ, ਧਿਆਨ ਭਟਕਦਾ। ਅਸੀਂ ਬਿਲਡਿੰਗਾਂ ਨੂੰ ਦੇਖਦੇ, ਰੁਮਾਲੇ ਦੇਖਦੇ, ਕਢਾਈਆਂ ਦੇਖਦੇ, ਸਾਡਾ ਉਹਨਾਂ ਕਢਾਈਆਂ ਦੇ ਉੱਪਰ ਮਨ ਹੈ ਜਿਹੜਾ ਮੋਹਿਤ ਹੁੰਦਾ, ਉਹ ਚਮਕ ਦਮਕ ਦੇ ਉੱਪਰ ਮਨ ਮੋਹਿਤ ਹੁੰਦਾ। ਅਸੀਂ ਉਹਦੀ ਫਿਰ ਵਡਿਆਈ ਕਰਦੇ ਹਾਂ ਕਿ ਰੁਮਾਲੇ ਬਹੁਤ ਸੋਹਣੇ ਸੀ, ਚਾਨਣੀ ਬੜੀ ਵਧੀਆ ਸੀ, ਲਾਈਟਾਂ ਬਹੁਤ ਸੀ, ਫੁੱਲ ਬਹੁਤ ਸੋਹਣੇ ਸੀ। ਸਾਡਾ ਇਹਦਾ ਮਤਲਬ ਸਾਡੀ ਜਿਹੜੀ ਸੁਰਤ ਹੈ ਉਹਦੀ ਪਕੜ 'ਚ ਹੈ। ਕੋਈ ਕਹਿੰਦਾ ਰਾਗੀ ਨੇ ਸ਼ਬਦ ਬੜਾ ਸੋਹਣਾ ਪੜ੍ਹਿਆ, ਧੁਨੀ ਬੜੀ ਵਧੀਆ ਸੀ, ਲੈਅ ਦੇ ਵਿੱਚ ਪੜ੍ਹਦਾ ਸੀ, ਉਹਨੇ ਸ਼ਬਦ ਗਾਇਆ ਬਹੁਤ ਸੋਹਣਾ। ਕਦੇ ਕਹਿੰਦੇ ਕਥਾ ਬੜੀ ਸੋਹਣੀ ਹੈ, ਉਹਨੇ ਬੜੇ ਸੋਹਣੇ ਸ਼ਬਦ ਵਰਤੇ। ਸਾਡਾ ਮਨ ਮੋਹਿਤ ਹੈ, ਸਾਡੀ ਬਿਰਤੀ ਡੋਲਦੀ ਹੈ। ਜਦੋਂ ਸਾਡੀ ਬਿਰਤੀ ਦੀਵਾਨ ਹੁੰਦੀ ਹੈ, ਡੋਲਦੀ ਨਹੀਂ, ਜਦੋਂ ਸਾਡਾ ਧਿਆਨ ਇੱਕ ਹੁੰਦਾ ਕਿ ਅੱਜ ਗੁਰਦੁਆਰੇ ਗਏ, ਗੁਰਬਾਣੀ ਦਾ ਆਹ ਹੁਕਮ ਆਇਆ, ਉਹਨੂੰ ਮੰਨਣਾ ਹੈ। ਹੋਰ ਕਿਸੇ ਚੀਜ਼ ਵੱਲ ਧਿਆਨ ਨਹੀਂ ਦਿੱਤਾ, ਸਿਰਫ ਇਸੇ ਗੱਲ ਵੱਲ ਧਿਆਨ ਦਿੱਤਾ ਕਿ ਗੁਰਬਾਣੀ ਦਾ ਆਹ ਹੁਕਮ ਸੁਣਿਆ, ਇਹਨੂੰ ਹੁਣ ਮੰਨਣਾ। ਤੇ ਜਦੋਂ ਇਹੋ ਜਿਹੀ ਬਿਰਤੀ ਹੈ ਫਿਰ ਦੀਵਾਨ ਹੈ, ਫਿਰ ਤਾਂ ਮੰਨਣਾ ਹੈ। ਕੁਛ ਮੰਨਣ ਵੇਲੇ ਧਿਆਨ ਰੱਖਿਆ ਜਾਂਦਾ ਵੀ ਜੋ ਗੁਰਬਾਣੀ ਦਾ ਜੋ ਹੁਕਮ ਆਇਆ ਸੀ ਉਹੀ ਮੰਨਣਾ, ਹੋਰ ਕੁਛ ਨਹੀਂ ਮੰਨਣਾ। ਇਹ ਅਮੁੱਲ ਦੀਵਾਨ ਹੈ, ਇਹ ਗੁਰਮੁਖਾਂ ਦਾ ਹੁੰਦਾ ਹੈ। ਇਹੀ ਧਰਮ ਹੈ। ਗੁਰ ਕਹਿਆ ਸਾਕਾਰ ਕਮਾਵੋ, ਇਹ ਧਰਮ ਹੈ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਇਹ ਧਰਮ ਹੈ। ਸੰਸਾਰ 'ਚ ਧਰਮ ਹੋਰ ਨੇ। ਸੰਸਾਰ ਦੇ ਵਿੱਚ ਫਿਰਕਾ ਪ੍ਰਸਤੀ ਹੈ, ਮੇਰ ਤੇਰ ਹੈ, ਆਪਣਾ ਪਰਾਇਆ ਹੈ, ਜਸ ਅਪਜਸ ਹੈ, ਲਾਭ ਹਾਨੀ ਹੈ। ਪਰ ਜਿਹੜੇ ਗੁਰਮੁਖ ਨੇ ਉਹਨਾਂ ਦਾ ਜਿਹੜਾ ਧਰਮ ਹੈ ਉਹ ਇੱਕੋ ਹੀ ਹੈ, ਉਹਨਾਂ ਦਾ ਦੀਵਾਨ ਇੱਕੋ ਹੀ ਹੈ। ਗਿਆਨ ਧਿਆਨ, ਉਹਨਾਂ ਦਾ ਗਿਆਨ ਹੀ ਧਿਆਨ ਹੈ, ਧਿਆਨ ਹੀ ਗਿਆਨ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਪਾਤਸ਼ਾਹ ਕਹਿੰਦੇ ਅਸੀਂ ਹੋਰ ਕੋਈ ਸੋਚ ਨਹੀਂ, ਅਸੀਂ ਨਹੀਂ ਲੋਕਾਂ ਦੀ ਸੋਚ ਨਾਲ ਜੁੜੇ, ਲੋਕਾਂ ਦੇ ਕਰਮਾਂ ਨਾਲ ਜੁੜੇ। ਲੋਕ ਕਰਮ ਨਾਲ ਜੁੜਦੇ ਆ, ਪਰ ਅਸੀਂ ਨਹੀਂ ਜੁੜੇ।
ਤੇ ਜਿਹੜੇ ਕਰਮ ਨਾਲ ਜੁੜੇ ਨੇ, ਸੋਚ ਨਾਲ ਜੁੜੇ ਨੇ, ਸਾਰ ਨਾ ਜਾਣਾ ਤੇਰੀ, ਉਹਨਾਂ ਨੂੰ ਫਿਰ ਤੇਰੀ ਸਾਰ ਦਾ ਵੀ ਨਹੀਂ ਪਤਾ ਲੱਗਿਆ, ਉਹਨਾਂ ਨੂੰ ਅਸਲੀ ਗੱਲ ਸਮਝ 'ਚ ਵੀ ਨਹੀਂ ਆਈ। ਹੇ ਮੇਰੇ ਮਨਾ, ਅੱਜ ਸਿੱਖ ਮੱਤ ਦੇ ਅੰਦਰ ਵੀ ਕਰਮ ਨਾਲ ਹੀ ਹਰ ਕੋਈ ਜੁੜਿਆ ਹੋਇਆ, ਜਦ ਕਿ ਕਰਮ ਨੇ ਤਾਂ ਸਾਨੂੰ ਸੱਚਖੰਡ ਵਿੱਚੋਂ ਬਾਹਰ ਕੱਢੇ। ਜਿਹੜੀ ਚੀਜ਼ ਸਾਡਾ ਨੁਕਸਾਨ ਕਰੇ ਅਸੀਂ ਉਹਦੇ ਨਾਲ ਥੋੜ੍ਹਾ ਜੁੜਨਾ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਹ ਕਿਰਤ ਕਰਮ ਨੇ ਤਾਂ ਸਾਨੂੰ ਵਿਛੋੜਿਆ। ਫਿਰ ਜਿਹੜੀ ਚੀਜ਼ ਸਾਨੂੰ ਵਿਛੋੜਦੀ ਅਸੀਂ ਉਹਦੇ ਨਾਲ ਥੋੜ੍ਹਾ ਜੁੜਾਂਗੇ, ਪਰ ਸਾਡੇ ਤਾਂ ਜੋੜੇ ਹੀ ਜਾਂਦਾ। ਸਾਡੇ ਤਾਂ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਵੀ ਕਹਿ ਦਿੰਦੇ ਆ ਜੀ, ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ ਸੀ ਕਿਰਤ ਕਰੋ। ਗੁਰਬਾਣੀ 'ਚ ਕਿਤੇ ਨਹੀਂ ਆਉਂਦਾ। ਗੁਰਬਾਣੀ ਤਾਂ ਇਹ ਗੱਲ ਆਉਂਦੀ ਹੈ ਕਿ ਕਿਰਤ ਕਰਮ ਕੇ ਵਿਛੜੇ ਕਾਏ ਭੂਲੇ। ਇੱਕ ਤਰਲੋਚਨ ਜੀ ਦਾ ਸ਼ਬਦ ਹੈ, ਉਹਦੇ ਵਿੱਚ ਵੀ ਕਹਿੰਦੇ, ਦੋ ਕਿਰਤ ਸੁਕਿਰਤ ਥਾਰੋ ਕਰਮਰੀ। ਉਹ ਵੀ ਤੂੰ ਆਪ ਮੰਨੀ ਬੈਠਾ ਵੀ ਆ ਚੰਗੇ ਨੇ ਆ ਮਾੜੇ ਨੇ, ਪਰ ਤੂੰ ਕਦੇ ਗੁਰੂ ਨੂੰ ਪੁੱਛਿਆ? ਕਦੇ ਤੂੰ ਗੁਰੂ ਤੋਂ ਪੁੱਛਿਆ ਵੀ ਕੀ ਚੰਗਾ ਕੀ ਮਾੜਾ? ਜਦੋਂ ਗੁਰੂ ਤੇਰੇ ਸਾਹਮਣੇ ਆ, ਗੁਰਬਾਣੀ ਤੇਰੇ ਸਾਹਮਣੇ ਆ, ਤੂੰ ਗੁਰਬਾਣੀ ਤੋਂ ਪੁੱਛ ਕੇ ਚੱਲ ਵੀ ਤੁਸੀਂ ਦੱਸੋ ਜੀ ਚੰਗਾ ਕੀ ਹੈ ਤੇ ਮਾੜਾ ਕੀ ਹੈ। ਜੋ ਗੁਰਬਾਣੀ ਕਹਿੰਦੀ ਹੈ ਚੰਗਾ, ਉਹਦੇ ਮੋਹਰ ਲਾਓ ਚੰਗਾ। ਜੋ ਗੁਰਬਾਣੀ ਕਹਿੰਦੀ ਹੈ ਮਾੜਾ, ਮਾੜਾ, ਭਾਵੇਂ ਸੰਸਾਰ ਕੁਛ ਵੀ ਕਹੇ। ਜਿਹੜਾ ਅਸਲੀ ਗੁਰਮੁਖ ਹੈ, ਜਿਹਦੇ ਕੋਲ ਅਸਲੀ ਧਰਮ ਹੈ, ਉਹਦੀ ਵਿਰਤੀ ਉਹ ਇਹੋ ਜਿਹੀ ਹੋਵੇਗੀ। ਇੱਦੋਂ ਥੱਲੇ ਹੋਣ ਵਾਲਾ ਗੁਰਮੁਖ ਨਹੀਂ ਹੁੰਦਾ। ਅਮੁੱਲ ਦੀਵਾਨ, ਉਹਦਾ ਧਿਆਨ ਪੱਕਾ ਜੁੜਿਆ ਰਹਿੰਦਾ, ਉਹਦਾ ਧਿਆਨ ਥਿਰ ਹੈ, ਅਡੋਲ ਹੈ, ਉਹ ਨਹੀਂ ਡੋਲਦਾ ਹੈਗਾ। ਸਰੀਰ ਕਰਕੇ ਹਾਲਾਤ ਜਿਹੋ ਜਿਹੇ ਮਰਜ਼ੀ ਬਣਨ, ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪ੍ਰਵਾਨ। ਸੋ ਅਡੋਲ ਬਿਰਤੀ ਹੈ, ਉਹੀ ਅਮੁੱਲ ਹੈ। ਸੋ ਹੇ ਮੇਰੇ ਮਨਾ, ਤੂੰ ਆਪਣੇ ਅੰਦਰ ਝਾਤੀ ਮਾਰ। ਇੱਥੇ ਤਾਂ ਸਭ ਕਾਸੇ ਦਾ ਹੀ ਮੁੱਲ ਪੈਂਦਾ ਹੈ, ਬਸ ਥੋੜ੍ਹੀ ਜਿਹੀ ਬੋਲੀ ਬਦਲ ਲਈ ਤਾਂ ਹੋਰ ਕੁਝ ਨਹੀਂ। ਪਰ ਗੁਰਬਾਣੀ ਕਿੱਥੋਂ ਬਦਲੇਗਾ? ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਲ ਪਾਉਂਦੇ ਹਾਂ ਅਸੀਂ। ਆਖੇ ਜੀ ਇਹ ਤਾਂ ਭੇਟ ਹੈ। ਉਹ ਮੂਰਖੋ, ਹੇ ਮੇਰੇ ਮਨਾ, ਜੇ ਜ਼ਹਿਰ ਨੂੰ ਗੁੜ ਨਾਲ ਖਾਵੇਂਗਾ ਕੀ ਮਰੇਗਾ ਨਹੀਂ? ਜੇ ਸ਼ਬਦ ਬਦਲ ਲੇਗਾ, ਸ਼ਬਦ ਬਦਲਣਾ ਸੱਚਾਈ ਨਹੀਂ ਬਦਲਦੀ ਹੁੰਦੀ। ਜੇ ਕੋਈ ਜ਼ਹਿਰ ਨੂੰ ਕਹਿ ਵੀ ਲੈ ਗੁੜ ਖਾ ਲਾ, ਉਹ ਗਾਂ ਵਾਲਾ ਸਮਝ ਲਵੇ ਵੀ ਇਹ ਤਾਂ ਗੁੜ ਹੀ ਹੈ, ਉਹ ਖਾ ਲਵੇ ਤਾਂ ਮਰੂ ਨਹੀਂ। ਅਸੀਂ ਸ਼ਬਦ ਵੀ ਆਪ ਬਣਾ ਲਏ ਆਪਣੇ ਕੋਲੋਂ ਕਿ ਜੀ ਇਹ ਭੇਟ ਹੈ। ਤੁਸੀਂ ਗੁਰੂ ਨੂੰ ਪੁੱਛੋ ਭੇਟਾ ਕੀ ਹੁੰਦੀ ਹੈ। ਸਤਿਗੁਰ ਆਗੇ ਸੀਸ ਭੇਟ ਦਿਓ, ਇਹ ਭੇਟ ਹੈ। ਸਾਰੇ ਸ਼ਬਦ ਕੋਲੋਂ ਬਣਾਏ, ਫਿਰ ਉਹਦਾ ਪਤਾ ਹੀ ਹੈ ਵੀ ਰਿਜ਼ਲਟ ਕੀ ਹੈ। ਹੇ ਮੇਰੇ ਮਨਾ, ਕੁਛ ਸ਼ਰਮ ਕਰ। ਜਿਹੜੀ ਗੁਰਬਾਣੀ ਅਮੁੱਲਾਂ ਦਾ ਗੱਲ ਕਰਦੀ ਹੈ, ਅਮੁੱਲ ਦੀ ਗੱਲ ਕਰਦੀ ਹੈ, ਤੂੰ ਉਹਦਾ ਹੀ ਮੁੱਲ ਪਾਈ ਜਾਂਦਾ। ਸਗੋਂ ਇਹ ਸਿੱਖ ਕਮਿਊਨਿਟੀ ਨੂੰ ਚਾਹੀਦਾ ਸੀ, ਜਿਹੜੀ ਸਿੱਖ ਕੌਮ ਬਣ ਕੇ ਬੈਠ ਗਈ, ਅਸਲ ਵਿੱਚ ਉਹ ਸਿੱਖ ਮੱਤ ਸੀ। ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਉਹਨਾਂ ਨੂੰ ਦਿੰਦੇ ਕਿ ਜਿਹੜੇ ਇਹਨਾਂ ਤੋਂ ਕੁਝ ਪ੍ਰਾਪਤ ਕਰਨਾ ਚਾਹੁੰਦੇ। ਜਣੇ ਖਣੇ ਨੂੰ ਨਹੀਂ ਦੇਣਾ ਚਾਹੀਦਾ ਸੀ। ਅਸੀਂ ਤਾਂ ਘਰਾਂ 'ਚ ਵੀ ਪ੍ਰਕਾਸ਼ ਕਰ ਲਏ, ਇੱਕ ਦੇਖਾ ਦੇਖੀ। ਜਦੋਂ ਘਰੇ ਗੁਰੂ ਸਾਹਿਬ ਪ੍ਰਕਾਸ਼ ਕਰ ਲਏ, ਕੀ ਉਹ ਥਾਂ ਪਵਿੱਤਰ ਨਹੀਂ ਬਣੂਗੀ? ਇਹ ਘਰਾਂ ਦੇ ਵਿੱਚ ਵੀ ਤਾਂ ਅਸੀਂ ਬਹੁਤ ਕੁਛ ਕਰਦੇ ਹਾਂ। ਅੱਜ ਜੋ ਅਸੀਂ ਰੌਲਾ ਪਾਉਂਦੇ ਜੀ, ਗੁਰਦੁਆਰਿਆਂ 'ਚ ਆਏ ਹੁੰਦਾ ਤੇ ਵੀ ਸਾਡੇ ਘਰੇ ਵੀ ਤਾਂ ਗੁਟਕੇ ਹੈਗੇ, ਸਾਡੇ ਘਰੇ ਵੀ ਤਾਂ ਪੋਥੀਆਂ ਹੈਗੀਆਂ,
ਸਾਡੇ ਘਰੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਸਾਡੀ ਸੁਰਤ ਦੇ ਅੰਦਰ ਵੀ ਗੁਰਬਾਣੀ ਬਸੀ ਹੋਈ ਹੈ। ਕੀ ਉਹ ਸੱਚ ਨਹੀਂ ਹੈ? ਜੇ ਸਾਡੇ ਅੰਦਰ ਅਸੀਂ ਦੋ ਗੁਰਬਾਣੀ ਦੇ ਅੱਖਰ ਪੜ੍ਹ ਲਏ, ਕੀ ਸਾਨੂੰ ਨਹੀਂ ਪਤਾ ਵੀ ਗੁਰਬਾਣੀ ਕੀ ਕਹਿੰਦੀ ਹੈ? ਅਸੀਂ ਦੂਜੇ 'ਚ ਦੋਸ਼ ਕੱਢਦੇ ਹਾਂ, ਕੀ ਅਸੀਂ ਆਪਣੇ ਦੋਸ਼ ਨਹੀਂ ਕੱਢਦੇ ਵੀ ਮਨਾ ਤੂੰ ਵੀ ਤਾਂ ਫਿਰ ਮੈਲਾ ਹੀ ਹੈ, ਤੂੰ ਨਹੀਂ ਗਲਤ ਕੰਮ ਕਰਦਾ? ਜੇ ਗੁਰਦੁਆਰਿਆਂ ਵਾਲੇ ਗਲਤ ਕੰਮ ਕਰਦੇ ਆ ਫਿਰ ਸਜ਼ਾ ਦਿੱਤੀ ਜਾਂਦੀ ਹੈ ਕਿ ਤੁਸੀਂ ਗੁਰਬਾਣੀ ਨਹੀਂ ਪੜ੍ਹਦੇ, ਤੁਸੀਂ ਗਲਤ ਨਹੀਂ ਕੰਮ ਨਹੀਂ ਕਰਦੇ, ਤੁਹਾਨੂੰ ਫਿਰ ਸਜ਼ਾ ਕੌਣ ਦੇਊਗਾ? ਸੱਚ ਨੂੰ ਪਛਾਣ ਮਨਾ, ਸੱਚ ਨੂੰ। ਜਿਵੇਂ ਉਹ ਮਹਾਤਮਾ ਬੁੱਧ ਤੁਰੇ ਜਾਣ, ਇੱਕ ਬੰਦੇ ਨੂੰ ਕੁੱਟਣ ਲੱਗੇ ਹੋਏ, ਬਹੁਤ 100-150 ਬੰਦਾ ਖੜਾ, ਉਹਦੇ ਕੁੱਟ-ਕੁੱਟ ਕੇ ਉਹਦੀ ਵਿਚਾਰੇ ਦੀ ਬੱਸ ਕਰਾ ਦੇ। ਜਦੋਂ ਉਹਨਾਂ ਨੇ ਮਹਾਤਮਾ ਨੂੰ, ਬੁੱਧ ਜੀ ਨੂੰ ਦੇਖਿਆ, ਉਹ ਆਖਣ ਲੱਗੇ ਵੀ ਮਹਾਤਮਾ ਜੀ ਆਉਂਦੇ ਆ, ਵੀ ਇਹਨਾਂ ਨੂੰ ਪੁੱਛੋ ਵੀ ਇਹਨੂੰ ਹੁਣ ਸਜ਼ਾ ਕੀ ਦਈਏ ਹੋਰ। ਜਦੋਂ ਮਹਾਤਮਾ ਬੁੱਧ ਜੀ ਕਹਿੰਦੇ ਨੇੜੇ ਗਏ, ਉਹ ਕਹਿੰਦੇ ਵੀ ਕਿਉਂ ਕੁੱਟਦੇ ਹੋ? ਕਹਿੰਦੇ ਜੀ ਇਹਨੇ ਚੋਰੀ ਕੀਤੀ ਤਾਂ ਇਹਨੂੰ ਕੁੱਟਿਆ, ਤੁਸੀਂ ਦੱਸੋ ਹੋਰ ਇਹਨੂੰ ਹੁਣ ਸਜ਼ਾ ਕੀ ਦਿੱਤੀ ਜਾਵੇ? ਤੇ ਮਹਾਤਮਾ ਬੁੱਧ ਜੀ ਕਹਿੰਦੇ ਵੀ ਸਾਰੇ ਲਾਈਨ 'ਚ ਖੜ ਜਾਓ। ਉਹ ਸਾਰੇ ਲਾਈਨ 'ਚ ਖੜ ਗਏ। ਕਹਿੰਦੇ ਵੀ ਤੁਹਾਡੇ 'ਚੋਂ ਉਹ ਕਿਹੜਾ ਬੰਦਾ ਹੈ ਜਿਹਨੇ ਕਦੇ ਚੋਰੀ ਨਹੀਂ ਕੀਤੀ, ਉਹ ਅੱਗੇ ਆ ਜਾਵੇ। ਹੁਣ ਸਭ ਦੀਆਂ ਨੀਵੀਆਂ ਪੈ ਗਈਆਂ, ਕੋਈ ਵੀ ਨਾ ਅੱਗੇ ਆਵੇ। ਮਹਾਤਮਾ ਜੀ ਕਹਿੰਦੇ ਵੀ ਭਾਈ ਤੁਹਾਨੂੰ ਪੁੱਛਿਆ। ਉਹ ਕਹਿੰਦੇ ਜੀ ਐਂ ਤਾਂ ਫਿਰ ਹੋ ਹੀ ਜਾਂਦੀਆਂ ਨੇ। ਕਹਿੰਦੇ ਫਿਰ ਜੇ ਐਂ ਹੋ ਜਾਂਦੀਆਂ ਨੇ, ਇਹਨੇ ਵੀ ਤਾਂ ਐਂ ਕਰਨੀ। ਇਹਨੂੰ ਕੁੱਟਣ ਦਾ ਹੱਕ ਉਸ ਵਿਅਕਤੀ ਨੂੰ ਹੈ ਜਿਹਨੇ ਕਦੇ ਉਸ ਤਰ੍ਹਾਂ ਦੀ ਗਲਤੀ ਨਾ ਕੀਤੀ ਹੋਵੇ। ਤੁਸੀਂ ਤਾਂ ਆਪ ਕੀਤੀਆਂ ਨੇ। ਇਹਦਾ ਭਾਵ ਇਹ ਨਹੀਂ ਕਿ ਕੋਈ ਗਲਤੀ ਕਰੀ ਚੱਲੇ, ਭਾਵ ਕਿ ਜੇ ਉਹਨੇ ਚੋਰੀ ਕਰ ਲਈ, ਉਹਦੀ ਮਜਬੂਰੀ ਵੀ ਦੇਖੋ, ਕੀ ਕਾਰਨ ਹੋ ਸਕਦਾ। ਜੇ ਉਹਨੇ ਕਾਰਨ ਤੋਂ ਬਿਨਾਂ ਗਲਤੀ ਕੀਤੀ, ਉਹਨੂੰ ਸਮਝਾਓ ਵੀ ਇਸ ਤਰ੍ਹਾਂ ਨਹੀਂ ਕਰੀਦਾ। ਤੈਨੂੰ ਕਿਸੇ ਚੀਜ਼ ਦੀ ਲੋੜ ਹੈ, ਚੋਰੀ ਕਰਨ ਦੀ ਨੌਬਤ ਤਾਂ ਆਉਂਦੀ ਜਦੋਂ ਵਸਤੂ ਮਿਲਦੀ ਨਹੀਂ ਹੈ। ਤੁਸੀਂ ਸਾਰੇ ਪਿੰਡ ਵਾਲੇ ਰਲ ਕੇ ਇੱਕ ਗੱਲ ਨੂੰ ਪੱਕੀ ਕਰੋ ਵੀ ਜੇ ਕਿਸੇ ਨੂੰ ਕਿਸੇ ਵਸਤੂ ਦੀ ਲੋੜ ਹੈ, ਭਾਈ ਉਹ ਦੱਸੋ, ਆਪਾਂ ਉਹਦਾ ਕਾਰਜ ਸਵਾਰਦੇ ਹਾਂ। ਪਰ ਉਹ ਕੋਈ ਗਲਤ ਕੰਮ ਨਾ ਕਰੇ, ਚੋਰੀ ਨਾ ਕਰੇ, ਠੱਗੀ ਨਾ ਮਾਰੇ। ਉਹਨੂੰ ਕਿਸੇ ਚੀਜ਼ ਦੀ ਲੋੜ ਹੈ, ਇਸੇ ਕਰਕੇ ਹੀ ਇੱਕ ਦੂਜੇ ਦੀ ਮਦਦ ਕੀਤੀ ਜਾਂਦੀ। ਸੋ ਹੇ ਮੇਰੇ ਮਨਾ, ਤੂੰ ਆਪਣੇ ਅੰਦਰ ਝਾਤੀ ਮਾਰ। ਤੂੰ ਤਾਂ ਸਾਰੇ ਕਾਸੇ ਦਾ ਬੁੱਲ ਪਾਈ ਬੈਠੇ। ਗੁਰਬਾਣੀ ਦਾ ਇੱਕ ਅੱਖਰ ਹੈ, ਉਹ ਵੀ ਉਨੀ ਉਹ ਅਹਿਮੀਅਤ ਰੱਖਦਾ ਜਿੰਨੀ ਪੂਰੀ ਗੁਰਬਾਣੀ ਅਹਿਮੀਅਤ ਰੱਖਦੀ। ਅੱਜ ਸਿੱਖ ਮੱਤ ਦੇ ਅੰਦਰ ਵੀ ਬਹੁਤ ਨਿਘਾਰ ਆ ਚੁੱਕੇ। ਇਹ ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੇ ਹਾਂ, ਉਨਾ ਅਸੀਂ ਇੱਕ ਗੁਟਕੇ ਦਾ ਨਹੀਂ ਕਰਦੇ। ਕੀ ਗੁਟਕੇ ਦੇ ਅੰਦਰ ਗੁਰਬਾਣੀ ਨਹੀਂ ਹੈ? ਅੱਜ ਤਾਂ ਮੋਬਾਈਲ ਫੋਨਾਂ 'ਚ ਗੁਰਬਾਣੀ ਆ ਗਈ, ਕੀ ਉਹ ਗੁਰਬਾਣੀ ਨਹੀਂ ਹੈ? ਸਾਡੀ ਮਾਨਸਿਕਤਾ ਹੋਰ ਪਾਸੇ ਚਲੇ ਗਈ। ਅਸੀਂ ਰੀਤ ਹੋਰ ਅਪਣਾ ਲਈ ਜਿਹੜੀ ਕਿ ਨਹੀਂ ਸੀ ਅਪਣਾਉਣੀ ਚਾਹੀਦੀ, ਕਿਉਂਕਿ ਸਾਨੂੰ ਕਿਸੇ ਨੇ ਸੱਚ ਵਾਲੇ ਪਾਸੇ ਜਾਣ ਹੀ ਨਹੀਂ ਦਿੱਤਾ। ਇਸੇ ਕਰਕੇ ਸਾਡੇ ਅੰਦਰ ਵਿਕਾਸ ਨਹੀਂ ਹੈ। ਕਿਹੜੀ ਚੀਜ਼ ਅੱਜ ਸਿੱਖ ਮੱਤ ਦੇ ਅੰਦਰ ਨਹੀਂ ਵਿਕਦੀ? ਕੀਰਤਨ ਵਿਕਦਾ ਹੈ, ਕਥਾ ਵਿਕਦੀ ਹੈ। ਫਿਰ ਉਹ ਕਹਿੰਦੇ ਵੀ ਸਾਡੀਆਂ ਲੋੜਾਂ ਨੇ। ਫਿਰ ਮੁੱਲ ਕਿਉਂ ਪਾਉਣਾ? ਸਿੱਧਾ ਕਹੋ ਅਗਲੇ ਨੂੰ ਵੀ ਸ਼ਬਦ ਜ਼ਰੂਰ ਪੜਾਂਗੇ, ਜਿੰਨਾ ਟਾਈਮ ਕਹਾਂਗੇ ਲਾਵਾਂਗੇ। ਤੁਹਾਡੀ ਖੁਸ਼ੀ ਹੈ, ਜੋ ਦੇਣਾ ਦੇ ਦਿਓ, ਨਹੀਂ ਦੇਣਾ ਤਾਂ ਵੀ ਕੋਈ ਗੱਲ ਨਹੀਂ। ਉਹਦੀ ਰਜ਼ਾ ਹੈ, ਉਹਦਾ ਭਾਣਾ ਹੈ, ਵਰਤੂਗਾ। ਉਹ ਕਿਸੇ ਨੂੰ ਭੁੱਖਾ ਨਹੀਂ ਮਾਰਨ ਦਿੰਦਾ। ਉਹ ਸਭ ਦੇ ਕਾਜ ਆਪ ਸਵਾਰਦਾ। ਚਾਹੇ ਸੰਸਾਰ ਦੇ ਵਿੱਚ ਅਸੀਂ ਵਿਚਰਦੇ ਹਾਂ, ਸਾਡੇ ਸਰੀਰ ਵਾਸਤੇ ਵੀ ਹਰ ਇੱਕ ਚੀਜ਼ ਪਰਮੇਸ਼ਰ ਸਾਡੇ ਨਾਲ ਪਹਿਲਾਂ ਰੱਖ ਦਿੰਦਾ ਹੈ। ਪਰ ਹੇ ਮੇਰੇ ਮਨਾ, ਤੈਨੂੰ ਭਰੋਸਾ ਨਹੀਂ ਹੈ। ਪਰ ਜਿੱਦਣ ਤੈਨੂੰ ਭਰੋਸਾ ਆ ਗਿਆ, ਤੇਰੇ ਸਰੀਰ ਨੂੰ ਵੀ ਕੁਛ ਨਹੀਂ ਹੋਣ ਦਿੰਦਾ। ਗੁਰਮੁਖਾਂ ਨੂੰ ਭਰੋਸਾ ਸੀ, ਭਰੋਸਾ ਹੈ, ਭਰੋਸਾ ਰਹੇਗਾ। ਭਾਵੇਂ ਸਰੀਰ ਤੱਤੀ ਤਵੀ ਤੇ ਬੈਠਾ ਪਰ ਡੋਲੇ ਨਹੀਂ। ਸਰੀਰ ਨੂੰ ਸਜ਼ਾਵਾਂ ਦੇਣ ਵਾਲੇ ਤਾਂ ਕੰਬਦੇ ਰਹੇ, ਡਰਦੇ ਰਹੇ, ਡਰਦੇ ਰਹਿਣਗੇ, ਪਰ ਉਹ ਨਹੀਂ ਡਰਿਆ। ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਗਿਆ, ਉਹ ਨਹੀਂ ਡਰਿਆ।
ਕੱਟਣ ਵਾਲੇ ਡਰ ਗਏ, ਕੰਬ ਗਏ, ਕਮਲੇ ਹੋ ਗਏ, ਦਿਮਾਗ ਦੇ ਵਿੱਚ ਨੁਕਸ ਪੈ ਗਿਆ। ਪਰ ਭਾਈ ਸਾਹਿਬ ਉਸੇ ਤਰ੍ਹਾਂ ਹੀ ਬੈਠੇ। ਉਹ ਕਿਹੜੀ ਕਰਾਮਾਤ ਹੈ? ਉਹ ਹੈ ਅਮੁੱਲ ਧਰਮ, ਅਮੁੱਲ ਦੀਵਾਨ। ਇਹ ਕਰਾਮਾਤ ਦੇ ਸਦਕਾ ਉਹਨਾਂ ਨੇ ਮੁੱਲ ਨਹੀਂ ਪਾਇਆ ਕਦੇ ਵੀ। ਉਹਨਾਂ ਨੇ ਸ਼ੁਕਰ ਮਨਾਇਆ। ਗੁਰਮੁਖਾਂ ਤੋਂ ਸੁਣੀ ਹੈ ਇਹ ਗੱਲ ਕਿ ਉਸ ਵੇਲੇ ਜੇ ਕੋਈ ਗੁਰਬਾਣੀ ਦਾ ਸ਼ਬਦ ਪੜ੍ਹ ਕੇ ਸੁਣਾਉਂਦਾ ਸੀ ਨਾ ਕਿਸੇ ਨੂੰ, ਅਗਲਾ ਕਹਿੰਦਾ ਸੀ ਜਾਨ ਮੰਗ ਜਾਨ ਦੇ ਦਿਆਂਗੇ। ਸ਼ੁਕਰ ਹੈ ਤੂੰ ਗੁਰਬਾਣੀ ਸੁਣਾਈ, ਅਸੀਂ ਮਾਇਆ ਦਾ ਕੀ ਮੁੱਲ ਦੇ ਦਈਏ। ਉਹਦੇ ਬਗੈਰ ਮੰਗੇ ਤੋਂ ਉਹਦਾ ਘਰ ਭਰ ਦਿੰਦੇ ਸੀ ਕਿ ਤੈਨੂੰ ਕਿਸੇ ਚੀਜ਼ ਦੀ ਕਮੀ ਨਾ ਰਹਿ ਜੇ, ਬਸ ਤੂੰ ਗੁਰਬਾਣੀ ਸੁਣਾਇਆ ਕਰ, ਗੁਰਬਾਣੀ ਦੀ ਗੱਲ ਸਾਨੂੰ ਦੱਸਿਆ ਕਰ, ਬਾਕੀ ਸਾਰੇ ਕੰਮ ਤੇਰੇ ਅਸੀਂ ਆਪ ਕਰਾਂਗੇ, ਤੈਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ, ਆਪਣੇ ਆਪ ਹੀ ਤੇਰੇ ਕੋਲ ਸਾਰੀ ਵਸਤੂ ਪਹੁੰਚੂਗੀ। ਔਰ ਉਸ ਵੇਲੇ ਪਹੁੰਚਾਈ ਵੀ ਜਾਂਦੀ ਸੀ। ਫਰਕ ਉਦੋਂ ਪੈ ਗਿਆ ਜਦੋਂ ਗੁਰਬਾਣੀ ਪੜ੍ਹਨ ਵਾਲੇ ਸਿਰਫ ਪੜ੍ਹਨ ਤੱਕ ਸੀਮਤ ਰਹਿ ਗਏ, ਆਚਰਣ ਵਿਗੜ ਗਿਆ। ਆਚਰਣ ਵਿਗੜ ਗਿਆ, ਗੁਰਬਾਣੀ ਦਾ ਰਸ ਘਟ ਗਿਆ। ਗੁਰਬਾਣੀ ਤਾਂ ਉਹੀ ਹੈ। ਤੇ ਅੱਜ ਹਾਲਾਤ ਦੇਖ ਲਾ। ਹੇ ਮੇਰੇ ਮਨ ਆਪਣੇ, ਕਿਸੇ ਦੀ ਗੱਲ ਨਾ ਕਰ, ਆਪਣੀ ਗੱਲ ਕਰ। ਅੱਜ ਡਰ ਰਹਿੰਦਾ ਅੰਦਰ, ਅੱਜ ਭੈ ਆ ਅੰਦਰ। ਉਹਨਾਂ ਗੁਰਸਿੱਖਾਂ ਨਾਲੋਂ ਕਿਤੇ ਜ਼ਿਆਦਾ ਦੁੱਗਣੀ ਗੁਰਬਾਣੀ ਪੜ੍ਹਦਾ, ਪਰ ਭੈ ਕਿੰਨਾ। ਉਹਨਾਂ ਕੋਲ ਤਾਂ ਕਿਤੇ ਸਮਾਂ ਮਿਲਦਾ ਸੀ ਗੁਰਬਾਣੀ ਪੜ੍ਹਨ ਦਾ, ਕਿਤੇ ਸੁਣਨ ਦਾ, ਪਰ ਉਹਨਾਂ ਦਾ ਇੱਕ ਅੱਖਰ, ਇੱਕ ਸ਼ਬਦ ਸੁਣਿਆ ਵੀ ਉਹਨਾਂ ਦੀ ਜ਼ਿੰਦਗੀ ਬਦਲ ਗਿਆ। ਤੂੰ ਤਾਂ ਲੱਖਾਂ ਸ਼ਬਦ ਸੁਣ ਲਏ ਤੇ ਲੱਖਾਂ ਪੜ੍ਹ ਲਏ ਤੇ ਤੂੰ ਤਾਂ ਉੱਥੇ ਹੀ ਖੜਾ। ਫਿਰ ਸਾਡੇ ਇਹ ਗੱਲ ਵੀ ਸੁਣਨ 'ਚ ਆ ਜਾਂਦੀ ਹੈ ਵੀ ਦੇਖੋ ਜੀ ਹੁਣ ਮਾਇਆ ਦੀ ਲੋੜ ਹੈ, ਮਾਇਆ ਬਿਨਾਂ ਗੁਜ਼ਾਰਾ ਵੀ ਨਹੀਂ ਹੁੰਦਾ। ਤੇ ਸੱਚ ਜੇ ਪੂਰਾ ਬੋਲਾਂਗੇ ਫਿਰ ਮਾਇਆ ਨਹੀਂ ਮਿਲਣੀ, ਫਿਰ ਤਾਂ ਅਧੂਰੇ ਰਹਿ ਜਾਾਂਗੇ। ਸੋ ਇੱਥੇ ਗੱਲ ਆਮ ਸੰਸਾਰੀ ਲੋਕਾਂ ਦੀ ਨਹੀਂ ਹੋ ਰਹੀ। ਇਹ ਉਹਨਾਂ ਦੀ ਗੱਲ ਹੈ ਜਿਹੜਾ ਅਮੁੱਲ ਗੁਣਾਂ ਦੀ ਗੱਲ ਕਰਦੇ ਹਨ। ਸੰਸਾਰੀਆਂ ਲਈ ਉਵੇਂ ਹੀ ਰਹੂਗਾ। ਪੰਡਤ ਨੇ ਵੀ ਤਾਂ ਧੰਦਾ ਹੀ ਬਣਾਇਆ ਸੀਗਾ ਵੇਦ ਦਾ, ਜਿਹੜੇ ਗੁਰਮੁਖ ਸੀ ਉਹਨਾਂ ਨੇ ਨਹੀਂ ਬਣਾਇਆ। ਅੱਜ ਉਹੀ ਹਾਲ ਸਾਡੇ ਵੀ ਹੈ। ਅੱਜ ਗੁਰਬਾਣੀ ਵੀ ਧੰਦਾ ਬਣ ਗਈ। ਮੈਨੂੰ ਕੋਈ ਸੰਕੋਚ ਨਹੀਂ ਹੈ, ਮੈਂ ਵੇਖੇ ਨੇ ਲੋਕ ਲੜਦੇ ਸਾਡੇ ਇਸੇ ਗੁਰਬਾਣੀ ਪਿੱਛੇ, ਰੁਪਈਏ ਪਿੱਛੇ ਲੜਦੇ। ਮਨ ਨੂੰ ਤਰਸ ਆਉਂਦਾ ਵੀ ਮਨਾ ਜਿਹਨੂੰ ਗੁਰੂ ਕਹਿੰਦੇ ਆ, ਜਿਹੜਾ ਇੰਨੇ ਸੁੱਖ ਬਖਸ਼ਦਾ, ਉਹਦਾ ਪਾਠ ਕਰਨ ਪਿੱਛੇ ਵੀ ਝਗੜਾ। ਕੀ ਬਣੂਗਾ? ਸੋ ਪਰਮੇਸ਼ਰ ਦੀ ਵਡਿਆਈ ਕਰਦੇ, ਉਸਦੇ ਭਾਣੇ ਦੀ ਗੱਲ ਕਰਦੇ ਨੇ ਜਿਹੜੇ ਗੁਰਮੁਖ ਨੇ। ਮਾਇਆ ਨਾਗਣੀ ਦਾ ਪ੍ਰਚਾਰ ਕਰਦੇ ਆ, ਆਪਣੇ ਆਪ ਨੂੰ ਧਰਮੀ ਮੰਨਦੇ ਹਨ। ਆਮ ਸੰਸਾਰੀ ਲੋਕ ਤਾਂ ਆਪਣੇ ਆਪ ਨੂੰ ਹੀ ਪਾਪੀ ਮੰਨਦੇ ਹਨ, ਉਹ ਤਾਂ ਫਿਰ ਵੀ ਡਰਦੇ ਰਹਿੰਦੇ ਆ। ਪਰ ਫਿਰ ਵੀ ਉਹ ਡਰਦੇ ਸ਼ੁਕਰ ਵੀ ਕਰਦੇ ਆ ਤੇ ਕੰਮ ਵੀ ਕਰਦੇ ਆ। ਫਿਰ ਇੰਨਾ ਕੁਝ ਹੋਣ ਦੇ ਬਾਵਜੂਦ ਉਹ ਫਿਰ ਕੁਛ ਨਾ ਕੁਛ ਦਿੰਦੇ